ਅਸੀਂ ਸਾਰੇ ਜਾਣਦੇ ਹਾਂ ਕਿ ਹਰੇਕ ਗੈਸ ਦੀ ਆਪਣੀ ਵਿਸ਼ੇਸ਼ਤਾ ਅਤੇ ਉਪਯੋਗ ਹੁੰਦੇ ਹਨ। ਹਰੇਕ ਗੈਸ ਦੀ ਆਪਣੀ ਮਹੱਤਤਾ ਹੈ। ਸਾਡੇ ਲਈ ਸਾਰੀਆਂ ਗੈਸਾਂ ਪੂਰਨ ਰੂਪ ਜਾਂ ਅਪੂਰਨ ਰੂਪ ਵਿੱਚ ਲਾਹੇਵੰਦ ਹਨ। ਜਿਵੇਂ ਕਿ ਸਾਨੂੰ ਪਤਾ ਹੈ ਕਿ ਧਰਤੀ ਦਾ ਆਪਣਾ ਵਾਯੂਮੰਡਲ ਹੈ। ਇਹ ਵੱਖ-ਵੱਖ ਗੈਸਾਂ ਦੇ ਨਿਸ਼ਚਿਤ ਅਨੁਪਾਤ ਦਾ ਮਿਸ਼ਰਣ ਹੈ। ਪਰ ਮਨੁੱਖੀ ਕਿਰਿਆਵਾਂ ਕਾਰਨ ਗੈਸਾਂ ਦਾ ਇਹ ਅਨੁਪਾਤ ਗੜਬੜਾਉਂਦਾ ਰਹਿੰਦਾ ਹੈ। ਗੈਸਾਂ ਦਾ ਇਹ ਅਸੰਤੁਲਨ ਧਰਤੀ ਦੇ ਵਿਨਾਸ਼ ਦਾ ਕਾਰਨ ਹੋ ਸਕਦਾ ਹੈ। ਸਾਰਿਆਂ ਦਾ ਅੱਜ ਦੇ ਵਿਸ਼ੇ ਨਾਲ ਜੁੜਨ ਲਈ ਜੀ ਆਇਆਂ ਨੂੰ। ਅੱਜ ਅਸੀਂ ਓਜ਼ੋਨ ਪਰਤ 'ਤੇ ਵਿਚਾਰ ਕਰਾਂਗੇ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਓਜ਼ੋਨ ਕੀ ਹੈ? ਓਜ਼ੋਨ ਪਰਤ ਦੀ ਕੀ ਮਹੱਤਤਾ ਹੈ? ਇਹ ਕਿਵੇਂ ਨਸ਼ਟ ਹੋ ਰਹੀ ਹੈ? ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਕੀ ਕਾਰਨ ਹਨ? ਅਸੀਂ ਆਪਣੇ ਆਪ ਨੂੰ ਇਸ ਦੇ ਹਾਨੀਕਾਰਕ ਪ੍ਰਭਾਵ ਤੋਂ ਕਿਵੇਂ ਬਚਾ ਸਕਦੇ ਹਾਂ? ਓਜ਼ੋਨ ਪਰਤ 'ਤੇ ਵਿਚਾਰ ਕਰਨ ਤੋਂ ਪਹਿਲਾਂ ਅੱਜ ਦੇ ਵਿਸ਼ੇ ਦੇ ਮੁੱਖ ਉਦੇਸ਼ ਬਾਰੇ ਜਾਣ ਲਈਏ, ਜੋ ਇਸ ਪ੍ਰਕਾਰ ਹਨ। ਇਸ ਵਿਸ਼ੇ ਨੂੰ ਪੂਰਾ ਕਰਨ 'ਤੇ ਅਸੀਂ ਇਹ ਸਭ ਜਾਣ ਸਕਾਂਗੇ: ਓਜ਼ੋਨ ਦੀ ਪਰਿਭਾਸ਼ਾ ਅਤੇ ਮਹੱਤਤਾ, ਓਜ਼ੋਨ ਦਾ ਬਣਨਾ, ਓਜ਼ੋਨ ਪਰਤ ਦੇ ਨਸ਼ਟ ਹੋਣ ਦੀ ਪ੍ਰਕਿਰਿਆ, ਓਜ਼ੋਨ ਵਿੱਚ ਛੇਕ ਹੋਣ ਦੇ ਕਾਰਨ ਅਤੇ ਪ੍ਰਕਿਰਿਆ, ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਦੁਸ਼ਪ੍ਰਭਾਵ, ਪਰਾਵੈਂਗਨੀ ਤਰੰਗਾਂ ਤੋਂ ਬਚਣ ਦੇ ਤਰੀਕੇ। ਵਿਦਿਆਰਥੀਓ, ਜਦੋਂ ਤੁਸੀਂ ਆਕਾਸ਼ ਵੱਲ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਸਾਰਿਆਂ ਨੂੰ ਨੀਲਾ ਰੰਗ ਦਿਖਾਈ ਦੇਵੇਗਾ। ਕੀ ਤੁਸੀਂ ਜਾਣਦੇ ਹੋ ਕਿ ਇਹ ਨੀਲਾ ਰੰਗ ਕਿਉਂ ਹੁੰਦਾ ਹੈ? ਇਹ ਨੀਲਾ ਰੰਗ ਓਜ਼ੋਨ ਗੈਸ ਕਰਕੇ ਹੁੰਦਾ ਹੈ, ਜੋ ਕਿ ਆਕਾਸ਼ ਵਿੱਚ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਓਜ਼ੋਨ ਕੀ ਹੈ ਅਤੇ ਇਸ ਦੇ ਕੀ ਗੁਣ ਹਨ? ਆਓ ਓਜ਼ੋਨ ਬਾਰੇ ਵਿਚਾਰ ਕਰੀਏ। ਓਜ਼ੋਨ ਆਕਸੀਜਨ ਦਾ ਇੱਕ ਰੂਪ ਹੈ। ਆਕਸੀਜਨ ਜੋ ਅਸੀਂ ਸਾਹ ਰਾਹੀਂ ਅੰਦਰ ਲੈ ਜਾਂਦੇ ਹਾਂ, ਉਹ ਆਕਸੀਜਨ ਦੇ ਦੋ ਪਰਮਾਣੂਆਂ ਦੇ ਬੰਧਨ ਬਣਾਉਣ ਕਾਰਨ ਬਣਦੀ ਹੈ। ਜਿਹੜੀ ਆਕਸੀਜਨ ਅਸੀਂ ਸਾਹ ਰਾਹੀਂ ਅੰਦਰ ਲੈ ਜਾਂਦੇ ਹਾਂ, ਉਹ ਰੰਗਹੀਣ ਅਤੇ ਗੰਧਹੀਣ ਹੈ। ਦੂਜੇ ਪਾਸੇ ਓਜ਼ੋਨ ਆਕਸੀਜਨ ਦੇ ਤਿੰਨ ਪਰਮਾਣੂਆਂ ਦੇ ਬੰਧਨ ਬਣਾਉਣ ਕਾਰਨ ਬਣਦੀ ਹੈ। ਓਜ਼ੋਨ ਲਗਭਗ ਆਕਸੀਜਨ ਵਰਗੀ ਹੀ ਗੈਸ ਹੈ। 10 ਮਿਲੀਅਨ ਹਵਾ ਦੇ ਅਣੂ ਵਿੱਚ ਲਗਭਗ 2 ਮਿਲੀਅਨ ਕਣ ਆਮ ਆਕਸੀਜਨ ਦੇ ਹੁੰਦੇ ਹਨ ਅਤੇ ਕੇਵਲ 3 ਕਣ ਓਜ਼ੋਨ ਦੇ ਹੈ। ਓਜ਼ੋਨ ਰੰਗਹੀਣ ਗੈਸ ਹੈ ਅਤੇ ਇਸ ਦੀ ਬਹੁਤ ਤਿੱਖੀ ਗੰਧ ਹੁੰਦੀ ਹੈ। ਓਜ਼ੋਨ ਤਿੱਖੀ, ਖੋਰਨ ਵਾਲੀ ਅਤੇ ਰੰਗਹੀਣ ਗੈਸ ਹੈ, ਜਿਸ ਦੀ ਗੰਧ ਬਿਜਲੀ ਦੀਆਂ ਤਾਰਾਂ ਦੇ ਸੜਨ ਵਰਗੀ ਹੈ। ਅਸਲ ਵਿੱਚ ਓਜ਼ੋਨ ਉੱਚ ਵੋਲਟੇਜ ਵਾਲੀਆਂ ਤਾਰਾਂ ਦੇ ਸਪਾਰਕ ਦੇ ਕਾਰਨ ਪੈਦਾ ਹੁੰਦੀ ਹੈ। ਹਰ ਇੱਕ ਓਜ਼ੋਨ ਅਣੂ ਆਕਸੀਜਨ ਦੇ 3 ਪਰਮਾਣੂਆਂ ਤੋਂ ਮਿਲ ਬਣਦਾ ਹੈ ਅਤੇ ਉਦੋਂ ਪੈਦਾ ਹੁੰਦਾ ਹੈ ਜਦੋਂ ਆਕਸੀਜਨ ਦੇ ਅਣੂ ਕਿਸੇ ਊਰਜਾ ਭਰਪੂਰ ਇਲੈਕਟ੍ਰਾਨਾਂ ਜਾਂ ਉੱਚ ਊਰਜਾ ਵਿਕਿਰਨਾਂ ਦੁਆਰਾ ਤੋੜੇ ਜਾਂਦੇ ਹਨ। ਆਓ ਹੁਣ ਓਜ਼ੋਨ ਪਰਤ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਓਜ਼ੋਨ ਪਰਤ। ਓਜ਼ੋਨ ਪਰਤ ਧਰਤੀ ਦੇ ਵਾਯੂਮੰਡਲ ਵਿੱਚ ਇੱਕ ਅਜਿਹੀ ਪਰਤ ਹੈ ਜਿਸ ਵਿੱਚ ਓਜ਼ੋਨ ਗੈਸ ਦੀ ਸੰਘਣਤਾ ਵੱਧ ਹੁੰਦੀ ਹੈ। ਇਹ ਪਰਤ ਸੂਰਜ ਦੇ ਪ੍ਰਕਾਸ਼ ਵਿੱਚੋਂ 93 ਤੋਂ 99% ਪਰਾਵੈਂਗਨੀ ਕਿਰਨਾਂ ਨੂੰ ਸੋਖ ਲੈਂਦੀ ਹੈ। ਲਗਭਗ 91% ਓਜ਼ੋਨ ਪਰਤ ਧਰਤੀ ਦੇ ਵਾਯੂਮੰਡਲ ਵਿੱਚ ਸ਼ੋਭ ਮੰਡਲ ਅਤੇ ਸਮਤਾਪ ਮੰਡਲ ਦੇ ਵਿਚਕਾਰ ਮਿਲਦੀ ਹੈ। ਇਸ ਕਰਕੇ ਇਸ ਪਰਤ ਨੂੰ ਓਜ਼ੋਨ ਪਰਤ ਕਹਿੰਦੇ ਹਨ। ਇਹ ਪਰਤ ਸਟ੍ਰੈਟੋਸਫੀਅਰ ਦੇ ਹੇਠਲੇ ਭਾਗ ਵਿੱਚ ਲਗਭਗ 10 ਕਿਲੋਮੀਟਰ ਤੋਂ 50 ਕਿਲੋਮੀਟਰ ਉਚਾਈ ਤੱਕ ਫੈਲੀ ਹੋਈ ਹੈ। ਇਸ ਪਰਤ ਦੀ ਮੋਟਾਈ ਮੌਸਮਾਂ ਅਤੇ ਭੂਗੋਲਿਕ ਪਰਿਵਰਤਨਾਂ ਕਾਰਨ ਹਰ ਥਾਂ 'ਤੇ ਅਲੱਗ-ਅਲੱਗ ਹੁੰਦੀ ਹੈ। ਓਜ਼ੋਨ ਪਰਤ 1913 ਵਿੱਚ ਫਰਾਂਸ ਦੇ ਭੌਤਿਕ ਵਿਗਿਆਨੀ
ਚਾਰਲਸ ਫੈਬਰੀ ਅਤੇ ਹੈਨਰੀ ਬੁਇਸਨ ਦੁਆਰਾ ਖੋਜੀ ਗਈ। ਆਓ ਹੁਣ ਤੱਕ ਅਸੀਂ ਜੋ ਪੜ੍ਹਿਆ ਉਸ ਨੂੰ ਦੁਹਰਾ ਲਈਏ। ਓਜ਼ੋਨ ਕਿਹਨਾਂ ਦੋ ਪਰਤਾਂ ਦੇ ਵਿਚਕਾਰ ਹੁੰਦੀ ਹੈ? ਸ਼ੌਭ ਮੰਡਲ ਅਤੇ ਸਮਤਾਪ ਮੰਡਲ ਵਿਚਕਾਰ। ਓਜ਼ੋਨ ਦਾ ਰਾਸਾਇਣਿਕ ਸੂਤਰ ਕੀ ਹੈ? O3। ਓਜ਼ੋਨ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਦਾ ਨਾਮ ਦੱਸੋ? ਚਾਰਲਸ ਫੈਬਰੀ ਅਤੇ ਹੈਨਰੀ ਬੁਇਸਨ। ਕੀ ਓਜ਼ੋਨ ਇੱਕ ਗੰਧਹੀਨ ਗੈਸ ਹੈ? ਨਹੀਂ। ਜਿਵੇਂ ਅਸੀਂ ਪੜ੍ਹਿਆ ਹੈ ਕਿ ਓਜ਼ੋਨ ਆਕਸੀਜਨ ਦੇ 3 ਪਰਮਾਣੂਆਂ ਦੇ ਸੰਯੋਗ ਕਾਰਨ ਬਣਦੀ ਹੈ ਅਤੇ ਧਰਤੀ ਦੇ ਤਲ ਤੋਂ 10 ਕਿਲੋਮੀਟਰ ਤੋਂ 50 ਕਿਲੋਮੀਟਰ ਉਚਾਈ ਤੱਕ ਫੈਲੀ ਹੋਈ ਹੈ। ਇਸ ਕਰਕੇ ਇਸ ਪਰਤ ਨੂੰ ਓਜ਼ੋਨ ਪਰਤ ਕਹਿੰਦੇ ਹਨ। ਪਰ ਸਾਡੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਓਜ਼ੋਨ ਕਿਸ ਵਿਧੀ ਨਾਲ ਬਣਦੀ ਹੈ? ਆਓ ਇਸ ਨੂੰ ਦੇਖੀਏ। ਓਜ਼ੋਨ ਬਣਨ ਦੀ ਵਿਧੀ। ਕੁਦਰਤੀ ਤੌਰ ਤੇ ਓਜ਼ੋਨ ਵਾਯੂਮੰਡਲ ਦੇ ਉੱਪਰਲੇ ਭਾਗ ਜਾਂ ਸਮਤਾਪ ਮੰਡਲ ਵਿੱਚ ਬਣਦੀ ਹੈ। ਓਜ਼ੋਨ ਪਰਤ ਦੀ ਵੱਧ ਤੋਂ ਵੱਧ ਸੰਘਣਤਾ ਧਰਤੀ ਦੇ ਤਲ ਤੋਂ 15 ਕਿਲੋਮੀਟਰ ਤੋਂ 30 ਕਿਲੋਮੀਟਰ ਉਚਾਈ ਤੱਕ ਮਿਲਦੀ ਹੈ। ਓਜ਼ੋਨ ਸੂਰਜ ਦੇ ਪ੍ਰਕਾਸ਼ ਵਿੱਚ ਮੌਜੂਦ ਪਰਾਵੈਂਗਨੀ ਤਰੰਗਾਂ ਦੀ ਉਪਸਥਿਤੀ ਵਿੱਚ ਆਕਸੀਜਨ ਅਣੂਆਂ ਦੇ ਸੰਯੋਗ ਕਾਰਨ ਬਣਦੀ ਹੈ। ਓਜ਼ੋਨ ਉਦੋਂ ਬਣਦੀ ਹੈ ਜਦੋਂ ਸੂਰਜ ਦੇ ਪ੍ਰਕਾਸ਼ ਵਿੱਚ ਮੌਜੂਦ ਪਰਾਵੈਂਗਨੀ ਕਿਰਨਾਂ ਪ੍ਰਕਾਸ਼ ਦੀ ਹੋਂਦ ਵਿੱਚ ਆਕਸੀਜਨ ਅਣੂਆਂ 'ਤੇ ਪੈਂਦੀਆਂ ਹਨ ਤਾਂ ਆਕਸੀਜਨ ਦੇ ਅਣੂ ਕਿਸੇ ਤੀਸਰੇ ਅਣੂ ਨਾਲ ਟਕਰਾਉਂਦੇ ਹਨ। ਇਸ ਤਰ੍ਹਾਂ ਓਜ਼ੋਨ ਦੇ 3 ਅਣੂ ਬਣਦੇ ਹਨ। ਇਸ ਕਿਰਿਆ ਨੂੰ ਫੋਟੋਲਾਈਸਿਸ ਕਿਹਾ ਜਾਂਦਾ ਹੈ। ਓਜ਼ੋਨ ਹਵਾ ਵਿੱਚ ਬਹੁਤ ਘੱਟ ਮਾਤਰਾ ਵਿੱਚ ਮਿਲਦੀ ਹੈ ਅਤੇ ਇਸ ਦੀ ਸੰਘਣਤਾ ਉਚਾਈ ਦੇ ਨਾਲ ਵੱਧਦੀ ਹੈ। ਸਮਤਾਪ ਮੰਡਲ ਵਿੱਚ ਇਸ ਦੀ ਸੰਘਣਤਾ ਸਭ ਤੋਂ ਵੱਧ ਹੁੰਦੀ ਹੈ। ਇਹ ਹਲਕੇ ਨੀਲੇ ਰੰਗ ਦੀ ਹੁੰਦੀ ਹੈ ਅਤੇ ਇਸ ਦੀ ਗੰਧ ਬਹੁਤ ਤਿੱਖੀ ਹੁੰਦੀ ਹੈ। ਓਜ਼ੋਨ ਕਿਵੇਂ ਬਣਦੀ ਹੈ, ਇਸ ਬਾਰੇ ਅਸੀਂ ਜਾਣ ਗਏ ਹਾਂ। ਹੁਣ ਸਾਡੇ ਮਨ ਵਿੱਚ ਪ੍ਰਸ਼ਨ ਉੱਠਦਾ ਹੈ ਕਿ ਇਸ ਪਰਤ ਦਾ ਸਾਡੇ ਲਈ ਕੀ ਮਹੱਤਵ ਹੈ? ਓਜ਼ੋਨ ਪਰਤ ਦੀ ਮਹੱਤਤਾ। ਓਜ਼ੋਨ ਪਰਤ ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਨੀ ਕਿਰਨਾਂ ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ ਨੂੰ ਫਿਲਟਰ ਕਰ ਲੈਂਦੀ ਹੈ। ਇਹ ਹਾਨੀਕਾਰਕ ਕਿਰਨਾਂ ਸਾਡੇ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਓਜ਼ੋਨ ਇਨ੍ਹਾਂ ਪਰਾਵੈਂਗਨੀ ਕਿਰਨਾਂ ਨੂੰ ਸੋਖ ਲੈਂਦੀ ਹੈ ਅਤੇ ਇਸ ਨਾਲ ਵਾਯੂਮੰਡਲ ਨੂੰ ਊਰਜਾ ਵੀ ਪ੍ਰਾਪਤ ਹੁੰਦੀ ਹੈ। ਇਹ ਸਾਨੂੰ ਹਾਨੀਕਾਰਕ ਪਰਾਵੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ। ਚਿਕਿਤਸਾ ਦੇ ਖੇਤਰ ਵਿੱਚ ਓਜ਼ੋਨ ਥੈਰੇਪੀ ਬਹੁਤ ਹੀ ਸੁਰੱਖਿਅਤ ਹੈ, ਜਿਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਓਜ਼ੋਨ ਅਨੀਮੀਆ, ਕੈਂਸਰ, ਸ਼ੂਗਰ, ਇਨਫਲੂਐਂਜ਼ਾ ਅਤੇ ਫੂਡ ਪੋਇਜ਼ਨਿੰਗ ਦੇ ਇਲਾਜ ਲਈ ਲਾਹੇਵੰਦ ਹੈ। ਇਹ ਟੀਬੀ, ਟੈਟਨਸ, ਦਮਾ, ਨਿਮੋਨੀਆ ਆਦਿ ਰੋਗਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਓਜ਼ੋਨ ਜ਼ਖਮਾਂ ਦੇ ਇਲਾਜ ਲਈ, ਕੈਂਸਰ ਲਈ ਅਤੇ ਜ਼ਹਿਰੀਲੀਆਂ ਗੈਸਾਂ ਦਾ ਪ੍ਰਭਾਵ ਘੱਟ ਕਰਨ ਲਈ ਵੀ ਵਰਤੀ ਜਾਂਦੀ ਹੈ। ਇਹ ਬਹੁਤ ਰੋਚਕ ਤੱਥ ਹੈ ਕਿ ਓਜ਼ੋਨ ਥੈਰੇਪੀ ਦੀ ਵਰਤੋਂ ਏਡਜ਼ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਇਸ ਲਈ ਓਜ਼ੋਨ ਏਡਜ਼ ਦੇ ਮਰੀਜ਼ਾਂ ਲਈ ਇੱਕ ਨਵੀਂ ਆਸ ਦੀ ਕਿਰਨ ਹੈ। ਮੋਟੇ ਤੌਰ ਤੇ ਓਜ਼ੋਨ ਸਾਡੇ ਲਈ ਬਹੁਤ ਲਾਭਦਾਇਕ ਹੈ। ਅਸੀਂ ਇਹ ਆਖ ਸਕਦੇ ਹਾਂ ਕਿ ਆਕਸੀਜਨ ਸਾਨੂੰ ਜੀਵਨ ਪ੍ਰਦਾਨ ਕਰਦੀ ਹੈ ਅਤੇ ਓਜ਼ੋਨ ਤੰਦਰੁਸਤ ਜੀਵਨ ਜਿਉਣ ਲਈ ਜ਼ਰੂਰੀ ਹੈ ਅਤੇ ਇਹ ਸਾਡੇ ਤੰਦਰੁਸਤ ਜੀਵਨ ਲਈ ਵਰਦਾਨ ਹੈ। ਪਰ ਅੱਜ ਕੱਲ੍ਹ ਓਜ਼ੋਨ ਪਰਤ ਦਿਨ ਪ੍ਰਤੀ ਦਿਨ ਅਪਘਟਿਤ ਹੋ ਰਹੀ ਹੈ ਕਿਉਂਕਿ ਤੇਜ਼ੀ ਨਾਲ ਵੱਧ ਰਹੇ ਉਦਯੋਗੀਕਰਨ ਕਰਕੇ ਅਤੇ ਮਨੁੱਖ ਦੀ ਆਰਥਿਕ ਤਰੱਕੀ ਕਾਰਨ ਇਹ ਨਸ਼ਟ ਹੋ ਰਹੀ ਹੈ। ਸੋ ਆਓ ਓਜ਼ੋਨ ਦੇ ਅਪਘਟਨ ਬਾਰੇ ਪੜ੍ਹੀਏ। ਓਜ਼ੋਨ ਦਾ ਅਪਘਟਨ। ਜਦੋਂ ਓਜ਼ੋਨ ਫੋਟੋਲਾਈਸਿਸ ਰਸਾਇਣਿਕ ਕਿਰਿਆ ਦੁਆਰਾ ਕਲੋਰੀਨ, ਬ੍ਰੋਮੀਨ, ਕਲੋਰੋਫਲੋਰੋਕਾਰਬਨ ਨਾਲ ਕਿਰਿਆ ਕਰਦੀ ਹੈ ਤਾਂ ਓਜ਼ੋਨ ਦੇ ਅਣੂ ਟੁੱਟ ਜਾਂਦੇ ਹਨ
ਅਤੇ ਇਸ ਤਰ੍ਹਾਂ ਓਜ਼ੋਨ ਪਰਤ ਨਸ਼ਟ ਹੋ ਜਾਂਦੀ ਹੈ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਓਜ਼ੋਨ ਪਰਤ ਕਿਵੇਂ ਨਸ਼ਟ ਹੋ ਰਹੀ ਹੈ? ਆਓ ਇਸ ਨੂੰ ਪਰਦੇ ਤੇ ਦੇਖੀਏ। ਓਜ਼ੋਨ ਪਰਤ ਦੇ ਅਪਘਟਨ ਦੀ ਪ੍ਰਕਿਰਿਆ। ਸਮਤਾਪ ਮੰਡਲ ਵਿੱਚ ਓਜ਼ੋਨ ਸੂਰਜ ਦੇ ਪ੍ਰਕਾਸ਼ ਦੀ ਹੋਂਦ ਵਿੱਚ ਅਤੇ ਕਲੋਰੋਫਲੋਰੋਕਾਰਬਨ ਦੀ ਰਸਾਇਣਿਕ ਕਿਰਿਆ ਦੁਆਰਾ ਅਪਘਟਿਤ ਹੋ ਜਾਂਦੀ ਹੈ। ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਲੋਰੋਫਲੋਰੋਕਾਰਬਨ ਮਨੁੱਖੀ ਕਿਰਿਆਵਾਂ ਦੁਆਰਾ ਉਪਜਦਾ ਹੈ। ਹੁਣ ਅਸੀਂ ਓਜ਼ੋਨ ਪਰਤ ਦੇ ਨਸ਼ਟ ਹੋਣ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਹੈ। ਆਓ ਹੁਣ ਅਸੀਂ ਪਤਾ ਕਰੀਏ ਕਿ ਓਜ਼ੋਨ ਦੇ ਵਿਘਟਨ ਨੂੰ ਕਿਵੇਂ ਮਾਪਿਆ ਜਾਂਦਾ ਹੈ ਅਤੇ ਇਸ ਨੂੰ ਮਾਪਣ ਦੀ ਇਕਾਈ ਕੀ ਹੈ। ਓਜ਼ੋਨ ਦਾ ਮਾਪ। ਓਜ਼ੋਨ ਗੈਸ ਡੋਬਸਨ ਇਕਾਈ ਵਿੱਚ ਮਾਪੀ ਜਾਂਦੀ ਹੈ। ਓਜ਼ੋਨ ਦੀ ਰਿਸਰਚ ਵਿੱਚ ਡੋਬਸਨ ਇੱਕ ਮੁੱਲ ਇਕਾਈ ਹੈ। ਇਸ ਇਕਾਈ ਦਾ ਨਾਮ ਡੋਬਸਨ ਦੇ ਨਾਂ 'ਤੇ ਰੱਖਿਆ ਗਿਆ ਹੈ, ਜੋ ਕਿ ਵਾਯੂਮੰਡਲ ਵਿਚਲੀ ਓਜ਼ੋਨ ਦੀ ਖੋਜ ਲਈ ਪਹਿਲੇ ਵਿਗਿਆਨੀ ਸੀ। ਉਹਨਾਂ ਨੇ ਡੋਬਸਨ ਸਪੈਕਟ੍ਰੋਮੀਟਰ ਦੀ ਖੋਜ ਕੀਤੀ, ਜੋ ਧਰਤੀ ਉੱਪਰਲੀ ਓਜ਼ੋਨ ਨੂੰ ਮਾਪਦਾ ਹੈ। ਡੋਬਸਨ ਸਪੈਕਟ੍ਰੋਮੀਟਰ ਪਰਾਵੈਂਗਨੀ ਵਿਕਿਰਨਾਂ ਦੀ ਤੀਵਰਤਾ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਇਹ ਅਜਿਹਾ ਪਹਿਲਾ ਯੰਤਰ ਹੈ ਜਿਸ ਨਾਲ ਧਰਤੀ ਉੱਪਰਲੀ ਪੂਰੀ ਓਜ਼ੋਨ ਨੂੰ ਮਾਪਿਆ ਜਾ ਸਕਦਾ ਹੈ। ਹੁਣ ਇਸ ਨੂੰ ਡੋਬਸਨ ਓਜ਼ੋਨ ਸਪੈਕਟ੍ਰੋਫੋਟੋਮੀਟਰ ਕਿਹਾ ਜਾਂਦਾ ਹੈ। ਅੱਗੇ ਵਧਣ ਤੋਂ ਪਹਿਲਾਂ ਆਓ ਹੁਣ ਤੱਕ ਦੇ ਪ੍ਰਾਪਤ ਗਿਆਨ ਦੀ ਜਾਂਚ ਕਰ ਲਈਏ। ਸਹੀ ਜਾਂ ਗਲਤ ਦੱਸੋ। ਓਜ਼ੋਨ ਥੈਰੇਪੀ ਇੱਕ ਖਤਰਨਾਕ ਚਿਕਿਤਸਾ ਥੈਰੇਪੀ ਹੈ। ਗਲਤ। ਓਜ਼ੋਨ ਥੈਰੇਪੀ ਇੱਕ ਸੁਰੱਖਿਅਤ ਚਿਕਿਤਸਾ ਥੈਰੇਪੀ ਹੈ। ਓਜ਼ੋਨ ਦੀ ਸੰਘਣਤਾ 15 ਤੋਂ 50 ਕਿਲੋਮੀਟਰ ਦੇ ਅੰਦਰ ਹੁੰਦੀ ਹੈ। ਸਹੀ। ਓਜ਼ੋਨ ਦੀ ਸੰਘਣਤਾ 15 ਤੋਂ 50 ਕਿਲੋਮੀਟਰ ਦੇ ਅੰਦਰ ਹੁੰਦੀ ਹੈ। ਓਜ਼ੋਨ ਨਾਲ ਏਡਜ਼ ਵਰਗੀ ਘਾਤਕ ਬਿਮਾਰੀ ਦਾ ਇਲਾਜ ਸੰਭਵ ਹੈ। ਸਹੀ। ਓਜ਼ੋਨ ਨਾਲ ਏਡਜ਼ ਵਰਗੀ ਘਾਤਕ ਬਿਮਾਰੀ ਦਾ ਇਲਾਜ ਸੰਭਵ ਹੈ। ਸਪੈਕਟ੍ਰੋਫੋਟੋਮੀਟਰ ਨਾਲ ਹਵਾ ਦਾ ਦਾਬ ਨਾਪਿਆ ਜਾਂਦਾ ਹੈ। ਗਲਤ। ਮੈਨੂੰ ਲੱਗਦਾ ਹੈ ਕਿ ਡੌਬਸਨ ਓਜ਼ੋਨ ਸਪੈਕਟ੍ਰੋਫੋਟੋਮੀਟਰ ਬਾਰੇ ਇੰਨੀ ਜਾਣਕਾਰੀ ਕਾਫੀ ਹੈ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਓਜ਼ੋਨ ਪਰਤ ਵਿੱਚ ਛੇਕ ਹੋ ਗਿਆ ਹੈ? ਕੀ ਤੁਸੀਂ ਜਾਣਦੇ ਹੋ ਇਹ ਕਿਵੇਂ ਹੋਇਆ ਹੈ? ਆਓ ਤੁਹਾਡੇ ਲਈ ਇਸ ਦੀ ਵਿਆਖਿਆ ਕਰੀਏ। ਓਜ਼ੋਨ ਛੇਕ। ਤਕਨੀਕੀ ਤੌਰ 'ਤੇ ਓਜ਼ੋਨ ਛੇਕ ਸ਼ਬਦ ਦੀ ਵਰਤੋਂ ਸਮਤਾਪ ਮੰਡਲ ਦੇ ਉਸ ਖੇਤਰ ਲਈ ਕੀਤੀ ਜਾਂਦੀ ਹੈ ਜਿੱਥੇ ਓਜ਼ੋਨ ਪਰਤ ਦਾ ਮਾਪ 200 ਡੋਬਸਨ ਯੂਨਿਟ ਤੋਂ ਘੱਟ ਹੈ। 1970 ਦੀ ਬਸੰਤ ਰੁੱਤ ਵੇਲੇ ਇਹ 136 ਡੋਬਸਨ ਭੂਮੱਧ ਰੇਖਾ 'ਤੇ ਅਤੇ 325 ਡੋਬਸਨ ਧਰੁਵ 'ਤੇ ਸੀ। 1956 ਤੋਂ 1970 ਦੌਰਾਨ ਬਸੰਤ ਰੁੱਤ ਵਿੱਚ ਅੰਟਾਰਕਟਿਕ 'ਤੇ ਓਜ਼ੋਨ ਪਰਤ ਦੀ ਮੋਟਾਈ 280 ਤੋਂ 325 ਡੋਬਸਨ ਸੀ। ਇੱਕ ਡੋਬਸਨ ਇਕਾਈ ਬਰਾਬਰ ਹੈ 1 ਕਣ ਪ੍ਰਤੀ ਬਿਲੀਅਨ ਦੇ। 1979 ਵਿੱਚ ਇਸ ਦੀ ਮੋਟਾਈ ਘਟ ਕੇ 225 ਡੋਬਸਨ ਰਹਿ ਗਈ ਅਤੇ 1985 ਵਿੱਚ ਇਸ ਦੀ ਮੋਟਾਈ ਕੇਵਲ 136 ਡੋਬਸਨ ਇਕਾਈ ਸੀ। ਇਸ ਤੋਂ ਬਾਅਦ ਓਜ਼ੋਨ ਪਰਤ ਦੀ ਮੋਟਾਈ ਲਗਾਤਾਰ ਘਟਦੀ ਗਈ ਅਤੇ 1994 ਵਿੱਚ ਇਹ ਕੇਵਲ 94 ਡੋਬਸਨ ਰਹਿ ਗਈ। ਇਸ ਤਰ੍ਹਾਂ ਬਸੰਤ ਰੁੱਤ ਵਿੱਚ ਓਜ਼ੋਨ ਪਰਤ ਦੀ ਮੋਟਾਈ ਲਗਾਤਾਰ ਘਟ ਕੇ ਇੱਕ ਛੇਕ ਵਾਂਗ ਦਿਸਣ ਲੱਗ ਗਈ ਹੈ। ਇਸੇ ਨੂੰ ਓਜ਼ੋਨ ਛੇਕ ਕਹਿੰਦੇ ਹਨ। ਇਹ ਓਜ਼ੋਨ ਛੇਕ 1985 ਵਿੱਚ ਅੰਟਾਰਕਟਿਕਾ ਖੇਤਰ ਵਿੱਚ ਵੇਖਿਆ ਗਿਆ ਸੀ। 1990 ਵਿੱਚ ਅਜਿਹਾ ਛੇਕ ਆਰਕਟਿਕ ਵਿੱਚ ਵੇਖਿਆ ਗਿਆ। 1985 ਵਿੱਚ ਐਂਟਾਰਕਟਿਕਾ ਖੇਤਰ ਦੇ ਸਮਤਾਪ ਮੰਡਲ ਦੇ ਵਿੱਚ ਓਜ਼ੋਨ ਛੇਕ ਦਾ ਪਤਾ ਲੱਗਿਆ ਅਤੇ ਇਹ ਛੇਕ ਹਰ ਸਾਲ ਵੱਡਾ ਹੋ ਰਿਹਾ ਹੈ। ਬਹੁਤ ਜ਼ਿਆਦਾ ਵਸੋਂ ਵਾਲੇ ਉੱਤਰੀ ਅਰਧਗੋਲੇ ਦੇ ਨੇੜੇ ਵੀ ਓਜ਼ੋਨ ਛੇਕ ਵੇਖਿਆ ਗਿਆ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਓਜ਼ੋਨ ਪਰਤ ਸਾਡੇ ਲਈ ਬਹੁਤ ਜ਼ਰੂਰੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਓਜ਼ੋਨ ਛੇਕ ਦੇ ਕਾਰਨ ਦਾ ਪਤਾ ਹੋਵੇ
ਤਾਂ ਜੋ ਅਸੀਂ ਇਸ ਨੂੰ ਘੱਟ ਕਰਨ ਲਈ ਯਤਨ ਕਰੀਏ। ਆਓ ਹੁਣ ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਕਾਰਨਾਂ ਬਾਰੇ ਜਾਣੀਏ। ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਕਾਰਨ 1974 ਵਿੱਚ ਡਾਕਟਰ ਐਮ ਮੋਲੀਨਾ ਅਤੇ ਐਸ ਰੋਲੈਂਡ ਨੇ ਪਹਿਚਾਣ ਕੀਤੀ ਕਿ ਕਲੋਰੋਫਲੋਰੋਕਾਰਬਨ ਦੇ ਕਾਰਨ ਓਜ਼ੋਨ ਪਰਤ ਨਸ਼ਟ ਹੋ ਰਹੀ ਹੈ। ਕਲੋਰੋਫਲੋਰੋਕਾਰਬਨ ਕਲੋਰੀਨ, ਫਲੋਰੀਨ ਅਤੇ ਕਾਰਬਨ ਦਾ ਯੋਗਿਕ ਹੈ। ਇਸ ਵਿੱਚ ਕੋਈ ਹਾਈਡਰੋਜਨ ਪਰਮਾਣੂ ਨਹੀਂ ਹੁੰਦਾ। ਇਹ ਕਈ ਉਦਯੋਗਾਂ ਜਿਵੇਂ ਰੈਫਰੀਜਰੇਟਰ, ਰਾਕਟ ਬਾਲਣ ਅਤੇ ਸਫਾਈ ਕਰਨ ਵਾਲੇ ਘੋਲਕਾਂ ਦੁਆਰਾ ਪੈਦਾ ਹੁੰਦੇ ਹਨ। ਕਲੋਰੋਫਲੋਰੋਕਾਰਬਨ ਮੋਟੇ ਤੌਰ ਤੇ ਸਮਤਾਪ ਮੰਡਲ ਦੀ 80% ਓਜ਼ੋਨ ਪਰਤ ਨੂੰ ਨਸ਼ਟ ਕਰਨ ਲਈ ਜ਼ਿੰਮੇਵਾਰ ਹੈ। ਕਲੋਰੋਫਲੋਰੋਕਾਰਬਨ ਫ੍ਰਿਜ ਅਤੇ ਏਅਰ ਕੰਡੀਸ਼ਨ ਵਿੱਚੋਂ ਨਿਕਲਦੀ ਹੈ। ਇਸ ਦੇ ਇਲਾਵਾ ਇਹ ਅੱਗ ਬੁਝਾਉਣ ਵਾਲੇ ਯੰਤਰਾਂ, ਸ਼ੇਵਿੰਗ ਕਰੀਮ ਅਤੇ ਸਫਾਈ ਕਰਨ ਵਾਲੇ ਯੌਗਿਕਾਂ ਦੇ ਇਸਤੇਮਾਲ ਨਾਲ ਨਿਕਲਦਾ ਹੈ। ਕਲੋਰੀਨ ਵੀ ਓਜ਼ੋਨ ਪਰਤ ਨੂੰ ਨਸ਼ਟ ਕਰਦੀ ਹੈ। ਕਲੋਰੀਨ ਪੈਦਾ ਕਰਨ ਵਾਲੇ ਮੁੱਖ ਸੋਮੇ ਸੁਗੰਧੀ ਵਾਲੇ ਪਦਾਰਥ, ਸਪਰੇਅ ਕੈਨ, ਦਰਦ ਹਟਾਉਣ ਵਾਲੀਆਂ ਦਵਾਈਆਂ, ਫ੍ਰਿਜ ਅਤੇ ਕੋਲਡ ਸਟੋਰ ਆਦਿ ਹਨ। ਹੈਲੋਨ, ਜਿਸ ਵਿੱਚ ਬ੍ਰੋਮੀਨ ਹੁੰਦੀ ਹੈ, ਵੀ ਓਜ਼ੋਨ ਪਰਤ ਨੂੰ ਨਸ਼ਟ ਕਰ ਰਹੀ ਹੈ। ਹੈਲੋਨ ਦੀ ਵਰਤੋਂ ਅੱਗ ਬੁਝਾਉਣ ਵਾਲੇ ਯੰਤਰਾਂ ਵਿੱਚ ਕੀਤੀ ਜਾਂਦੀ ਹੈ। ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲੇ ਹੋਰ ਯੌਗਿਕ ਕਲੋਰੋਫਲੋਰੋਕਾਰਬਨ ਹਨ, ਜਿਹੜੇ ਕਲੋਰੀਨ ਅਤੇ ਫਲੋਰੀਨ ਦੇ ਸਥਾਨ 'ਤੇ ਵਰਤੇ ਜਾਂਦੇ ਹਨ ਅਤੇ ਇਹ ਅੱਗ ਬੁਝਾਉਣ ਵਾਲੇ ਯੰਤਰ, ਉਦਯੋਗਿਕ ਘੋਲਕ, ਖੇਤੀਬਾੜੀ ਦੇ ਕੀਟਨਾਸ਼ਕ, ਪੈਟਰੋਕੈਮੀਕਲ ਸ਼ੁੱਧੀਕਰਨ ਆਦਿ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ। ਆਓ ਓਜ਼ੋਨ ਪਰਤ ਨੂੰ ਨਸ਼ਟ ਕਰਨ ਵਾਲੀਆਂ ਗੈਸਾਂ ਦੀ ਦੁਹਰਾਈ ਕਰੀਏ। ਕਲੋਰੋਫਲੋਰੋਕਾਰਬਨ, ਕਲੋਰੀਨ, ਹੈਲੋਨ। ਛੇਤੀ ਹੁਣ ਤੱਕ ਪ੍ਰਾਪਤ ਗਿਆਨ ਨੂੰ ਜਾਂਚ ਲਈਏ। ਇੱਕ ਡੌਬਸਨ ਇਕਾਈ ਬਰਾਬਰ ਹੈ ਡੈਸ਼ ਪ੍ਰਤੀ ਬਿਲੀਅਨ। ਇੱਕ ਡੌਬਸਨ ਇਕਾਈ ਬਰਾਬਰ ਹੈ ਇੱਕ ਕਣ ਪ੍ਰਤੀ ਬਿਲੀਅਨ। 1994 ਵਿੱਚ ਐਂਟਾਰਕਟਿਕਾ ਖੇਤਰ ਵਿੱਚ ਓਜ਼ੋਨ ਦੀ ਮਾਤਰਾ ਡੈਸ਼ ਡੌਬਸਨ ਸੀ। 1994 ਵਿੱਚ ਐਂਟਾਰਕਟਿਕਾ ਖੇਤਰ ਵਿੱਚ ਓਜ਼ੋਨ ਦੀ ਮਾਤਰਾ 94 ਡੌਬਸਨ ਸੀ। ਡੈਸ਼ ਅਤੇ ਡੈਸ਼ ਵਿਗਿਆਨੀਆਂ ਨੇ ਓਜ਼ੋਨ ਦੇ ਅਪਘਟਨ ਲਈ ਕਲੋਰੋਫਲੋਰੋਕਾਰਬਨ ਨੂੰ ਜ਼ਿੰਮੇਵਾਰ ਦੱਸਿਆ। ਐਮ ਮੋਲੀਨਾ ਅਤੇ ਐਸ ਰੋਲੈਂਡ ਵਿਗਿਆਨੀਆਂ ਨੇ ਓਜ਼ੋਨ ਦੇ ਅਪਘਟਨ ਲਈ ਕਲੋਰੋਫਲੋਰੋਕਾਰਬਨ ਨੂੰ ਜ਼ਿੰਮੇਵਾਰ ਦੱਸਿਆ। ਡੈਸ਼ ਗੈਸ ਓਜ਼ੋਨ ਅਪਘਟਨ ਲਈ ਸਭ ਤੋਂ ਵੱਧ ਜ਼ਿੰਮੇਦਾਰ ਹੈ। ਕਲੋਰੋਫਲੋਰੋਕਾਰਬਨ ਗੈਸ ਓਜ਼ੋਨ ਅਪਘਟਨ ਲਈ ਸਭ ਤੋਂ ਵੱਧ ਜ਼ਿੰਮੇਦਾਰ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਕਾਰਨਾਂ ਬਾਰੇ ਜਾਣ ਚੁੱਕੇ ਹੋਵੋਗੇ। ਇੱਥੇ ਇੱਕ ਹੋਰ ਪ੍ਰਸ਼ਨ ਉੱਠਦਾ ਹੈ ਕਿ ਓਜ਼ੋਨ ਪਰਤ ਦੇ ਨਸ਼ਟ ਹੋਣ ਨਾਲ ਸਾਡੀ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ। ਆਓ ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਪ੍ਰਭਾਵ ਜਾਣੀਏ। ਓਜ਼ੋਨ ਪਰਤ ਦੇ ਅਪਘਟਨ ਦੇ ਪ੍ਰਭਾਵ। ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਬਹੁਤ ਮਾੜੇ ਪ੍ਰਭਾਵ ਹਨ। ਆਓ ਅਸੀਂ ਇੱਕ ਕਰਕੇ ਜਾਣੀਏ। ਮਨੁੱਖੀ ਸਿਹਤ 'ਤੇ ਅਸਰ। ਪਰਾਵੈਂਗਨੀ ਕਿਰਨਾਂ ਨਾਲ ਚਮੜੀ ਦਾ ਕੈਂਸਰ ਹੋ ਸਕਦਾ ਹੈ। ਪਰਾਵੈਂਗਨੀ ਕਿਰਨਾਂ ਅੱਖਾਂ 'ਤੇ ਵੀ ਹਾਨੀਕਾਰਕ ਅਸਰ ਪਾਉਂਦੀਆਂ ਹਨ ਅਤੇ ਇਹ ਅੱਖਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਪਰਾਵੈਂਗਨੀ ਵਿਕਿਰਨਾਂ ਦੀ ਜ਼ਿਆਦਾ ਮਾਤਰਾ ਨਾਲ ਸਾਡੇ ਸਰੀਰ ਦਾ ਸੁਰੱਖਿਅਨ ਪ੍ਰਬੰਧ ਵਿਗੜ ਜਾਂਦਾ ਹੈ। ਸਮਤਾਪ ਮੰਡਲ ਵਿੱਚ ਓਜ਼ੋਨ ਪਰਤ ਦੇ 1% ਘਟਣ ਨਾਲ ਚਮੜੀ ਦੇ ਕੈਂਸਰ ਦਾ ਖਤਰਾ 2% ਵੱਧ ਜਾਂਦਾ ਹੈ। ਓਜ਼ੋਨ ਪਰਤ ਦੇ ਨਸ਼ਟ ਹੋਣ ਕਾਰਨ ਸਾਡੇ ਵਾਤਾਵਰਣ 'ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ, ਜੋ ਇਸ ਪ੍ਰਕਾਰ ਹਨ। ਪਰਾਵੈਂਗਣੀ ਤਰੰਗਾਂ ਦੇ ਨਾਲ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ। ਓਜ਼ੋਨ ਪਰਤ ਦੇ ਨਸ਼ਟ ਹੋਣ ਨਾਲ ਸਾਡਾ ਜਲ ਮੰਡਲ ਵੀ ਪ੍ਰਭਾਵਿਤ ਹੁੰਦਾ ਹੈ। ਪਰਾਵੈਂਗਣੀ ਵਿਕਿਰਨਾਂ ਦੀ ਵੱਧ ਮਾਤਰਾ ਕਾਰਨ
ਪੌਦਿਆਂ ਦੇ ਵਿਕਾਸ ਤੇ ਵੀ ਅਸਰ ਪੈਂਦਾ ਹੈ। ਪਰਾਵੈਂਗਣੀ ਵਿਕਿਰਣਾਂ ਦੀ ਵੱਧ ਮਾਤਰਾ ਕਾਰਨ ਸਮੁੰਦਰੀ ਪੌਦਿਆਂ ਦੇ ਵਿਕਾਸ ਤੇ ਵੀ ਅਸਰ ਹੁੰਦਾ ਹੈ। ਪਰਾਵੈਂਗਣੀ ਵਿਕਿਰਣਾਂ ਦੇ ਕਾਰਨ ਪੌਦਿਆਂ ਦੇ ਪੱਤਿਆਂ ਦਾ ਆਕਾਰ ਛੋਟਾ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਪ੍ਰਕਾਸ਼ ਸੰਸਲੇਸ਼ਣ ਦੇ ਲਈ ਲੋੜੀਂਦੀ ਊਰਜਾ ਦੀ ਮਾਤਰਾ ਪੌਦਿਆਂ ਨੂੰ ਨਹੀਂ ਮਿਲਦੀ। ਨਤੀਜੇ ਵਜੋਂ ਓਜ਼ੋਨ ਪਰਤ ਦੇ ਨਸ਼ਟ ਹੋਣ ਨਾਲ ਪੌਦਿਆਂ ਦੀ ਮਾਤਰਾ ਘਟ ਜਾਂਦੀ ਹੈ ਅਤੇ ਵਿਸ਼ਵ ਲਈ ਭੋਜਨ ਉਤਪਾਦਨ ਘਟ ਜਾਂਦਾ ਹੈ। ਪਰਾਵੈਂਗਣੀ ਵਿਕਿਰਣਾਂ ਦੀ ਵੱਧ ਮਾਤਰਾ ਕਾਰਨ ਫਸਲਾਂ ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ, ਕਿਉਂਕਿ ਇਸ ਨਾਲ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਘਟ ਜਾਂਦੀ ਹੈ। ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਪਰਾਵੈਂਗਣੀ ਵਿਕਿਰਣਾਂ ਦੇ ਕਾਰਨ ਮਨੁੱਖੀ ਸਿਹਤ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਚਮੜੀ ਦਾ ਕੈਂਸਰ, ਅੱਖਾਂ ਦਾ ਮੋਤੀਆਬਿੰਦ ਅਤੇ ਸਰੀਰ ਸੁਰੱਖਿਅਣ ਪ੍ਰਣਾਲੀ ਦਾ ਖਤਮ ਹੋਣਾ ਹੋ ਜਾਂਦੀਆਂ ਹਨ। ਇਹ ਸਾਡੇ ਭੋਜਨ ਉਤਪਾਦਨ ਅਤੇ ਮੱਛੀ ਉਤਪਾਦਨ ਤੇ ਵੀ ਵਿਪਰੀਤ ਪ੍ਰਭਾਵ ਪਾਉਂਦੀਆਂ ਹਨ। ਜਿਵੇਂ ਕਿ ਹੁਣ ਸਾਨੂੰ ਪਤਾ ਹੈ ਕਿ ਓਜ਼ੋਨ ਪਰਤ ਕਈ ਕਾਰਨਾਂ ਕਰਕੇ ਨਸ਼ਟ ਹੋ ਰਹੀ ਹੈ। ਇਸ ਲਈ ਸਾਨੂੰ ਆਪਣੇ ਆਪ ਨੂੰ ਪਰਾਵੈਂਗਣੀ ਵਿਕਿਰਣਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਆਓ ਪਰਾਵੈਂਗਣੀ ਵਿਕਿਰਣਾਂ ਤੋਂ ਬਚਣ ਦੇ ਉਪਾਅ ਜਾਣੀਏ। ਪਰਾਵੈਂਗਣੀ ਵਿਕਿਰਣਾਂ ਤੋਂ ਬਚਣ ਦੇ ਉਪਾਅ। ਪਰਾਵੈਂਗਣੀ ਵਿਕਿਰਣਾਂ ਤੋਂ ਬਚਣਾ ਸੰਭਵ ਹੈ। ਇਸ ਲਈ ਸਾਨੂੰ ਕੁਝ ਉਪਾਅ ਕਰਨ ਦੀ ਲੋੜ ਹੈ, ਜਿਵੇਂ ਕਿ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਸਰੀਰ ਦੀ ਚਮੜੀ ਨਾ ਢੱਕਣ ਕਾਰਨ ਇਹ ਪਰਾਵੈਂਗਣੀ ਕਿਰਨਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਇਸ ਲਈ ਚਮੜੀ ਨੂੰ ਬਚਾਉਣ ਲਈ ਕੱਪੜੇ ਅਤੇ ਅੱਖਾਂ ਨੂੰ ਬਚਾਉਣ ਲਈ ਐਨਕ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹੁਤ ਸਾਰੀਆਂ ਤਰੀਕਿਆਂ ਨਾਲ ਅਸੀਂ ਆਪਣੇ ਆਪ ਨੂੰ ਪਰਾਵੈਂਗਣੀ ਵਿਕਿਰਣਾਂ ਤੋਂ ਬਚਾ ਸਕਦੇ ਹਾਂ। ਐਨਕਾਂ ਲਗਾ ਕੇ। ਇਸ ਤਰ੍ਹਾਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਸਾਡੀ ਅੱਖਾਂ ਵਿੱਚ ਨਹੀਂ ਪੈਂਦੀਆਂ ਅਤੇ ਅਸੀਂ ਮੋਤੀਆਬਿੰਦ ਅਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਚੌੜੀ ਟੋਪੀ ਜਾਂ ਛਤਰੀਆਂ ਦੀ ਵਰਤੋਂ ਕਰਕੇ। ਟੋਪੀ ਦੇ ਅੱਗੇ ਲੱਗਿਆ ਕਿਨਾਰਾ ਅੱਖਾਂ ਨੂੰ ਸੂਰਜ ਦੇ ਸਿੱਧੇ ਪ੍ਰਕਾਸ਼ ਤੋਂ ਬਚਾਉਂਦਾ ਹੈ ਅਤੇ ਇਸ ਤਰ੍ਹਾਂ ਸਾਡਾ ਚਿਹਰਾ, ਕੰਨ ਅਤੇ ਗਰਦਨ ਸੂਰਜ ਦੀ ਸਿੱਧੀਆਂ ਕਿਰਨਾਂ ਤੋਂ ਬਚ ਜਾਂਦੇ ਹਾਂ। ਸੰਘਣੇ ਬੁਣੇ ਹੋਏ ਪਰ ਢਿੱਲੇ ਸਾਈਜ਼ ਦੇ ਕੱਪੜੇ ਪਾਉਣ ਨਾਲ ਇਹ ਪਰਾਵੈਂਗਣੀ ਵਿਕਿਰਣਾਂ ਤੋਂ ਬਚਣ ਦਾ ਵਧੀਆ ਤਰੀਕਾ ਹੈ। ਖੇਡ ਦੇ ਮੈਦਾਨ ਵਿੱਚ ਜਾਂ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਹਰ 2 ਘੰਟੇ ਬਾਅਦ ਸੂਰਜੀ ਵਿਕਿਰਣਾਂ ਤੋਂ ਬਚਾਉਣ ਵਾਲੀ ਕਰੀਮ ਲਗਾਉਣੀ ਚਾਹੀਦੀ ਹੈ। ਸਵੇਰ 10 ਵਜੇ ਤੋਂ ਸ਼ਾਮ 4:30 ਵਜੇ ਤੱਕ ਘਰ ਤੋਂ ਬਾਹਰ ਘੱਟ ਨਿਕਲਣ ਨਾਲ